ਅਕਸਰ ਸੰਸਾਰ ਦੀ ਦ੍ਰਿਸ਼ਟੀ ਵਿੱਚ ਭਗਤ ਲੋਕ ਮਹਾਂਪੁਰਸ਼ ਪਾਗਲ ਹੀ ਕਹਿਲਾਏ ਗਏ, ਉਹਨਾਂ ਨੂੰ ਪਾਗਲ ਹੀ ਆਖਿਆ ਗਿਆ। ਕਾਰਨ ਉਹਨਾਂ ਦੇ ਵਿਚਾਰ, ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ, ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ। ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ, ਸਮਾਜ ਦਾ ਹਿੱਸਾ ਨਹੀਂ ਬਣਦੇ, ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ। ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ ਹੈ, ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਨੇ। ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ। ਔਰ ਗੁਰੂ ਨਾਨਕ ਦੀ ਬਾਣੀ ਨੇ ਤੇ ਸਾਫ਼ ਫੈਸਲਾ ਕੁਨ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ, ਮੇਲ ਕਦੀ ਹੋਇਆ ਹੀ ਨਹੀਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਹੈ ਔਰ ਮੈਂ ਜਿੱਧਰ ਜਾਣਾ ਪਰਿਵਾਰ ਅੰਗ ਸੰਗ ਹੈ, ਤਾਂ ਤ੍ਰਿਪਤਾ ਜੀ ਹੱਸ ਪਈਆਂ, ਆਖਣ ਲੱਗੇ ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ। ਜਗਤ ਤੇ ਸੁਦਾਈ ਕਹਿੰਦਾ ਹੀ ਸੀ ਬਈ ਤੂੰ ਸੁਦਾਈ ਹੈ, ਅੱਜ ਮੈਨੂੰ ਵੀ ਕਹਿਣਾ ਪਏਗਾ ਇਹ ਬੋਲ ਸੁਦਾਈਆਂ ਵਾਲੇ ਨੇ, ਪਾਗਲਾਂ ਵਾਲੇ ਨੇ। ਪਰਿਵਾਰ ਤੇ ਸਾਰਾ ਇੱਥੇ ਹੀ ਹੁੰਦਾ ਹੈ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਾਂ ਇਹ ਤੇ ਸੋਚਣ ਦੀ ਗੱਲ ਹੈ, ਇਹ ਤੇ ਮਨੁੱਖ ਦੇ ਮੰਨਣ ਦੀ ਗੱਲ ਹੈ। ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ। ਮੈਂ ਜਿੱਧਰ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ ਇਹ ਦੱਸ ਜਿਹੜਾ ਪਰਿਵਾਰ ਨਾਲ ਜਾਂਦਾ ਹੈ ਉਹਦੇ ਚ ਮਾਂ ਹੈ, ਪਿਤਾ ਹੈ? ਸਾਹਿਬ ਕਹਿਣ ਲੱਗੇ ਹਾਂ, ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ ਚ ਮਾਂ ਵੀ ਹੈ। ਤੋ ਹੁਣ ਤੇ ਹੈਰਾਨ ਹੋਈਆਂ ਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤੇ ਕਦੀ ਨਾਲ ਨਹੀਂ ਗਈ, ਮੈਂ ਤੇ ਇੱਥੇ ਤਲਵੰਡੀ ਦੇ ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ ਕਿਧਰੇ ਐਸਾ ਤੇ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਣਾ ਤੇ ਇਹੀ ਆਖਣਾ ਚਾਹੁੰਦਾ ਹੋਵੇਂ ਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲੱਗੇ ਹਾਂ, ਕਹਿਣਾ ਤੇ ਕੁਛ ਮੈਂ ਐਸਾ ਚਾਹਨਾ ਮਾਂ, ਅਜੇ ਵੀ ਤੂੰ ਨਹੀਂ ਸਮਝੀ। ਕਹਿੰਦੇ ਨੇ ਭਗਤਾਂ ਤੋਂ, ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ। ਇੱਕ ਤੇ ਮਾਂ ਬਾਪ, ਦੂਸਰੇ ਸ਼ਰੀਕ, ਤੀਸਰੇ ਜਿਗਰੀ ਦੋਸਤ ਔਰ ਚੌਥੇ ਦੁਸ਼ਮਣ। ਇਹ ਕੋਈ ਲਾਭ ਨਹੀਂ ਉਠਾਉਂਦੇ, ਇਹ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਉਣਾ ਚਾਹੁੰਦੇ। ਤਾਂ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ ਔਰ ਗੁਰੂ ਨਾਨਕ ਇਸ ਦੁਨੀਆ ਤੋਂ ਬਹੁਤ ਉੱਚੇ ਅਗਾਂਹ ਦੀ ਗੱਲ ਕਰ ਰਹੇ ਨੇ। ਮਾਂ ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਆਉਂਦਾ। ਕਿਆ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ ਮਾਂ ਵੀ ਹੈ। ਤੋ ਤ੍ਰਿਪਤਾ ਜੀ ਨੇ ਪੁੱਛ ਲਿਆ ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ? ਤੋ ਸਤਿਗੁਰ ਮਾਤਾ ਦਾ ਨਾਮ ਦੱਸਦੇ ਨੇ, ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸਦੇ ਨੇ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਵਿੱਚ ਦੂਸਰੇ ਨੰਬਰ ਤੇ ਆਇਆ ਹੈ। ਸਤਿਗੁਰ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਹੈ, ਸਤ ਭਾਈ ਕਰ ਇਹ ਵਿਸੇਖ। ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ, ਚੰਗੀ ਮਤ ਹੈ। ਇਹ ਕਦਮ ਕਦਮ ਤੇ ਮੇਰੀ ਰੱਖਿਆ ਕਰਦੀ ਹੈ, ਮੇਰੀ ਹਿਫਾਜ਼ਤ ਕਰਦੀ ਹੈ। ਅਸੀਂ ਉਸ ਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ, ਪਰ ਗੁਰੂ ਨਾਨਕ ਕਹਿੰਦੇ ਨਹੀਂ, ਉਸ ਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ, ਯਤੀਮ ਉਸ ਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ। ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ ਹੈ, ਠੋਕਰਾਂ ਤੋਂ ਕਈ ਦਫਾ ਬਚ ਵੀ ਸਕਦਾ ਹੈ, ਪਰ ਜਿਸ ਦੀ ਮਤ ਮਰ ਜਾਏ ਉਹ ਤੇ ਕਦਮ ਕਦਮ ਤੇ ਠੋਕਰਾਂ ਖਾਂਦਾ ਹੈ। ਬੁੱਧੀਹੀਨ ਮਨੁੱਖ ਕਦਮ ਕਦਮ ਤੇ ਠੋਕਰਾਂ ਖਾਂਦੇ ਨੇ। ਤੋ ਸਾਹਿਬ ਕਹਿੰਦੇ ਨੇ ਕਿ ਚੰਗੀ ਮਤ, ਸ੍ਰੇਸ਼ਟ ਮਤ, ਉੱਤਮ ਵਿਚਾਰ, ਉੱਤਮ ਫਿਲਸਫਾ, ਪ੍ਰਭੂ ਚਿੰਤਨ, ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ
और हर कदम ते मेरी हिफाजत करदी है, मेरी पालना करदी है, मेरे ते ममता डुलांदी। तो ठीक है चंगी मत ये मां हुई, पिता कौन है? संसार दे जितना सारा अनर्थ चल रहा है ये मत दे मरण नाल चलदा है। जद मत मर जाए तो मनुख गुंडा हो जाता है, बदमाश हो जाता है, दुराचारी हो जाता है, चोर बन जाता है। दुनिया दे जिस जिस दी भी मत मर गई है उन्हां मनुखां दे कारण बड़ा अनर्थ है। जिन्हां दी मां मर गई है उन्हां दे कारण करके संसार नूं कोई हानि नहीं है, बल्कि वो ते विचारे दया दे पात्र ने। पर जिन्हां दी मत मर गई है वो ऐसे यतीम ने, कई दफा समुची मनुखता नूं यतीम बनाउण दे विच भागी बन जाते हैं। तो माता मत पिता संतोख, साहिब कहते हैं मेरे पिता का नाम है संतोख। ये हर हालत विच मैनूं खुश रखता है। लोभ ते संतोख की व्याख्या दो लफ्जां विच करनी होवे तां इतनी है, जो कुछ है जैसा है सब ठीक है, ये संतोखी की भाव दशा होंदी है। जो कुछ है जैसा है प्रवान है, कबूल है। लोभी की मानसिक दशा की है, जो कुछ है जैसा है कबूल नहीं। जैसा परिवार है, जैसा संसार है, जैसे मां बाप ने, जैसी धन संपदा है, जैसी मेरी प्रारब्ध है, ये प्रवान नहीं, ये कबूल नहीं। ते जद कबूल नहीं तो दुखी होवेगा, बेचैन होवेगा। आम कहावत है कि लोभी बंदा फुल्लां दी सेज ते भी तड़पदा है, संतोखी बंदा अंगारियां ते बैठ के भी मस्त रहिंदा है। और इस दे सबूत मिले ने, गुरु अर्जन देव जी महाराज तत्ती तवी ते बैठ के भी मुस्कुराए ने, प्रभु दे गीत गाए ने। संतोखी मनुख हर हालत विच आनंद विच होवेगा और लोभी मनुख हर हालत विच पीड़ित होवेगा, दुखी होवेगा, परेशान होवेगा। साहिब कहते मेरे पिता का नाम है संतोख। एक गाथा चेते आई है, फातेह आजम सिकंदर कहते ने जद हिंदुस्तान नूं फतेह करने वास्ते आया लंबी चौड़ी सेना लैके, तां जिस वक्त दरिया सिंध अबूर करन लगा, सिंध दे तट दे ते एक अजीब मस्त फकीर लेटे होया सी रेत दे विच। सेना सारी दरिया पार कर चुकी सी, आखिरी टुकड़ी दे विच सिकंदर आप सी। उस मस्त फकीर नूं वेख के रुक गया। बचपन तो ही सिकंदर फकीरां दा मुश्ताक रहा। नेड़े चला गया, रेत दे लेटिया होया ए महात्मा वेखदा है सिकंदर नूं, पुछ बैठा, सिकंदर किथे चले, किहड़े पासे गमन कीता? सिकंदर कहने लगा, फकीर साईं मैं हिंदुस्तान फतेह करन चला, लंबी चौड़ी सेना लेके। तो फकीर कहने लगा, ठीक है, ये दस जद तू हिंदुस्तान फतेह कर लवेंगा फिर की करेंगा? आखन लगा, फिर मैं हथ दे उत्ते हथ धर के थोड़ी बैठना, मैं कोई होर मुल्क फतेह करांगा। फकीर कहने लगा, जे तू होर मुल्क भी फतेह कर लिया फिर की करेंगा? कहने ने जितने चिर तक सही जवाब ना मिले सवाल अपनी थां ते खड़ा रहता है। समाधान सही ना होवे तो समस्या अपनी थां ते खड़ी रहती है। सिकंदर हैरान होया, सवाल ते अपनी थां ते खड़ा, मैं जो भी जवाब देना ਉਹਦੇ नाल सवाल मिटदा नहीं इस फकीर दा। तो उस फकीर ने कहा, जे कलपत कीता होया तू होर मुल्क भी फतेह कर लिया फिर की करेंगा? तो सिकंदर कहने लगा, फिर मैं कोई होर मुल्क फतेह करांगा, मैं बैठे नहीं रहना, मैं सुस्त आदमी नहीं हाँ, मैं कोई होर मुल्क फतेह करांगा। फकीर कहने लगा, ठीक है, पर सवाल ते अपनी थां ते खड़ा, जे तू होर मुल्क भी फतेह कीता फिर की करेंगा? गुस्से च आके सिकंदर कहने लगा, मैं सारी दुनिया फतेह करांगा, जमीन दा एक इंच खिता भी नहीं रहन देंगा जो मेरे कब्जे विच ना होवे, जो मेरी पकड़ विच ना होवे, मैं सारी दुनिया फतेह करांगा। सिकंदर सोचदा है हुण सवाल खत्म, पर नहीं, फकीर फिर बोलिया, अच्छा सिकंदर ये दस जद तू सारी दुनिया फतेह कर लवेंगा फिर की करेंगा?
ਇਹ ਤੇ ਖਾਬੋ ਖਿਆਲ ਦੇ ਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ ਕਿ ਇਸ ਤੋਂ ਅਗਾਂਹ ਵੀ ਕੋਈ ਜਵਾਬ ਦੇਣਾ ਪਏਗਾ। ਸਿਕੰਦਰ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਤਾਂ ਫਿਰ ਸਿਕੰਦਰ ਕਹਿਣ ਲੱਗਾ, ਫਿਰ ਮੈਂ ਆਪਣੇ ਘਰ ਜਾਵਾਂਗਾ, ਆਰਾਮ ਕਰਾਂਗਾ, ਯੂਨਾਨ ਵਾਪਸ ਜਾਵਾਂਗਾ, ਆਰਾਮ ਕਰਾਂਗਾ। ਫਕੀਰ ਕਹਿਣ ਲੱਗਾ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ ਤੇ ਅਸੀਂ ਆਰਾਮ ਕਰ ਰਹੇ ਹਾਂ, ਅਸੀਂ ਰੇਤ ਵਿੱਚ ਲੇਟੇ ਹੋਏ ਹਾਂ, ਅਸੀਂ ਆਰਾਮ ਕਰਦੇ ਪਏ ਹਾਂ। ਜੇ ਤੂੰ ਆਰਾਮ ਕਰਨਾ ਤੇ ਆ ਇੱਥੇ ਲੇਟ ਜਾ, ਅਸੀਂ ਆਰਾਮ ਦੇ ਚਾਂ। ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ ਤੇ ਅਸੀਂ ਆਰਾਮ ਦੇ ਚਾਂ। ਇੱਥੇ ਤੂੰ ਸਵੈਮ ਅੰਦਾਜ਼ਾ ਲਗਾ, ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ। ਇਤਿਹਾਸ ਗਵਾਹ ਹੈ, ਹਿੰਦੁਸਤਾਨ ਤੋਂ ਵਾਪਸ ਜਾਂਦੇ ਹੋਇਆਂ ਸਿਕੰਦਰ ਰਸਤੇ ਦੇ 'ਚ ਹੀ ਦਮ ਤੋੜ ਗਿਆ, ਉਹਨੂੰ ਆਰਾਮ ਨਸੀਬ ਨਾ ਹੋਇਆ। ਮਨੁੱਖ ਦੀ ਕਈ ਦਫਾ ਸਾਰੀ ਭੱਜ ਦੌੜ ਆਰਾਮ ਵਾਸਤੇ ਹੁੰਦੀ ਹੈ ਤੇ ਆਰਾਮ ਉਸੇ ਦਿਨ ਨਸੀਬ ਆਉਂਦਾ ਹੈ ਜਦ 4 ਮਨੁੱਖ ਚੁੱਕ ਕੇ ਚਿਤਾ ਤੇ ਰੱਖ ਦਿੰਦੇ ਨੇ। ਇਸ ਤੋਂ ਪਹਿਲੇ ਆਰਾਮ ਕਿੱਥੇ? ਭੱਜ ਦੌੜ ਹੈ ਆਰਾਮ ਵਾਸਤੇ, ਪਰ ਭੱਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਹੈ, ਆਰਾਮ ਨਹੀਂ ਰਹਿ ਜਾਂਦਾ। ਪਰ ਜੇ ਮਨ ਦੇ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ, ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ। ਉਹਦੀ ਭੱਜ ਦੌੜ ਦੇ 'ਚ ਵੀ ਕੁਝ ਵਿਸ਼ਰਾਮ ਹੋਵੇਗਾ।